ਜੇ ਆਪਾਂ ਗੱਲ ਕਰੀਏ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਨੇ, ਤਾਂ ਉਹ ਇੱਕ ਵਿਚਾਰਧਾਰਾ ਤੇ ਕੇਂਦਰਿਤ ਰਹਿਣ ਦੀ ਬਜਾਏ ਉਹ ਅੱਜ ਇੱਕ ਮੁੱਦਿਆਂ ਤੇ ਵੀ ਕੇਂਦਰਿਤ ਨਹੀਂ ਹੈਗੀਆਂ। ਪੰਜਾਬ ਨੇ ਬਦਲ ਤਾਂ ਲਿਆਂਦਾ, ਅਸੀਂ ਦੇਸ਼ ਨੂੰ ਇੱਕ ਚਿਣਗ ਦਿਖਾ ਕੇ ਇੱਕ ਸੋਚ ਜ਼ਰੂਰ ਦਿੱਤੀ, ਪਰ ਅਸੀਂ ਸ਼ਾਇਦ ਉੱਥੇ ਹੀ ਮਾਰ ਖਾ ਗਏ। ਜਿਹੜੀ ਸਾਡੀ ਚੋਣ ਸੀਗੀ ਉਹ ਗਲਤ ਸੀ। ਸਾਡੇ ਜਿਹੜੇ ਲੀਡਰ ਸੀਗੇ ਉਹ ਜਾਣੀ ਕਿ ਮੈਂ ਉਹਨਾਂ ਨੂੰ ਕੋਈ ਬਹੁਤਾ ਹੋਰ ਸ਼ਬਦ ਨਹੀਂ ਵਰਤਣਾ ਚਾਹੁੰਦਾ, ਪਰ ਉਹਨਾਂ ਨੂੰ ਮੈਂ ਇੱਕ ਡੰਮੀ ਲੀਡਰ ਜ਼ਰੂਰ ਕਹਿ ਸਕੂੰਗਾ, ਜਿਨ੍ਹਾਂ ਦੀ ਕੋਈ ਆਪਣੀ ਵਿਚਾਰਧਾਰਾ ਨਹੀਂ, ਆਪਣਾ ਉਹਨਾਂ ਵਿੱਚ ਜੋਸ਼, ਜਨੂੰਨ, ਜਜ਼ਬਾ ਨਹੀਂ। ਬਸ ਉਹਨਾਂ ਨੇ ਇੱਕ ਪਾਰਟੀ ਦੇ ਹੁਕਮਾਂ ਦੇ ਆਧਾਰ ਤੇ ਉੱਥੇ ਕੇਂਦਰੀ ਹੋ ਕੇ ਚੋਣ ਵੀ ਉਦੋਂ ਹੀ ਕਰਨੀ ਹੈ ਤੇ ਜਾਂ ਵੀ ਉਦੋਂ ਹੀ ਕਰਨੀ ਹੈ। ਪਰ ਤੁਹਾਨੂੰ ਪਰੋਸਿਆ ਤੇ ਦਿਖਾਇਆ ਕੁਝ ਹੋਰ ਜਾਂਦਾ ਵੀ ਪਾਰਟੀ ਦੇ ਲੀਡਰ ਨੇ ਆਪਸ ਦੇ ਵਿੱਚ ਕਲੈਸ਼ ਕਰ ਰਹੇ ਨੇ, ਆਪਸ ਦੇ ਵਿੱਚ ਲੜ ਰਹੇ ਨੇ, ਪਰ ਇਹਨਾਂ ਦੀ ਲੜਾਈ ਦੀ ਜਿਹੜਾ ਪੱਧਰ ਹੈ ਤੁਸੀਂ ਉਹ ਵੀ ਦੇਖ ਲਓ, ਸ਼ਬਦਾਵਲੀ ਦੇ ਪੱਧਰ ਤੱਕ ਪਹੁੰਚ ਚੁੱਕੇ ਨੇ। ਪਹਿਲਾਂ ਫੈਸਲਿਆਂ ਤੇ ਵਿਚਾਰਧਾਰਾ ਦਾ ਪੱਧਰ ਡਿੱਗਿਆ, ਫਿਰ ਉਸ ਤੋਂ ਬਾਅਦ ਕਿਰਦਾਰਾਂ ਦਾ ਪੱਧਰ ਡਿੱਗਿਆ, ਤੇ ਅੱਜ ਜਿਹੜਾ ਹੈ ਇੱਕ ਸ਼ਬਦਾਵਲੀ ਦਾ ਪੱਧਰ ਵੀ ਹੈ ਜਿਹੜਾ ਬਹੁਤ ਹੱਦ ਤੱਕ ਹੈ ਜਿਹੜਾ ਉਹ ਡਿੱਗਿਆ ਹੋਇਆ ਤੁਹਾਨੂੰ ਨਜ਼ਰ ਆਉਂਦਾ। ਦੋਸਤੋ, ਮੈਂ ਆਮ ਲੋਕਾਂ ਨੂੰ ਸਵਾਲ ਕਰਦਾ ਵੀ ਕੀ ਇਸ ਸਾਰੇ ਤਾਣੇ ਬਾਣੇ ਨੂੰ, ਇਸ ਸਾਰੇ ਚਿੱਕੜ ਨੂੰ ਜਾਂ ਇਸ ਗੰਦੀ ਸਿਆਸਤ ਨੂੰ ਕੀ ਸਾਡੇ ਲੋਕਾਂ ਨੇ ਇੱਕ ਸਮਾਜਿਕ ਮਾਨਤਾ ਦੇ ਦਿੱਤੀ ਹੈ? ਕੀ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰਕੇ ਬਹਿ ਗਏ ਵੀ ਹਾਂ ਸਾਨੂੰ ਬਾਕੀ ਕਮੇਡੀ ਸ਼ੋਆਂ ਦੇ ਜਾਂ ਜੋ ਡਰਾਮੇ ਨੇ ਜਾਂ ਜੋ ਵੀ ਸੀਰੀਅਲ ਜਾਂ ਕੁਝ ਵੀ ਤਰੀਕੇ, ਇੱਦਾਂ ਅਸੀਂ ਸਿਆਸਤ ਨੂੰ ਵੀ ਉਸ ਤਰੀਕੇ ਲੈਣ ਲੱਗ ਗਏ ਆ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਸਿਮਰਨਜੀਤ। ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਦੋਸਤੋ। ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੱਕ ਨਵੀਂ ਚਰਚਾ, ਇੱਕ ਨਵੀਂ ਟਾਕ ਦੇ ਨਾਲ ਤੁਹਾਡੇ ਸਾਹਮਣੇ ਆਇਆ। ਤਾਂ ਕਈ ਦਿਨਾਂ ਤੋਂ ਦੇਖ ਰਿਹਾ ਸੀਗਾ, ਖਬਰਾਂ ਸੁਣ ਰਿਹਾ ਸੀ, ਤੇ ਹਰ ਤਰੀਕੇ ਦੀ ਜਾਣੀ ਕਿ ਆਪਾਂ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਕਿਉਂਕਿ ਜਿਹੜੇ ਸਾਡੇ ਭਾਰਤ ਦੀ ਹੈ ਤਾਂ ਜਿਹੜੀ ਸਿਆਸਤ ਇਸ ਟਾਈਮ ਬੜੇ ਸਰਗਰਮ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ, ਕਿਉਂਕਿ ਆਉਣ ਵਾਲੇ ਸਮਾਂ ਦੇ ਵਿੱਚ ਜਿਹੜੀਆਂ ਵੋਟਾਂ ਨੇ, ਇਲੈਕਸ਼ਨ ਨੇ, ਚੋਣਾਂ ਉਹ ਹੋਣ ਜਾ ਰਹੀਆਂ ਨੇ, ਤੇ ਬਹੁਤੇ ਖਿੱਤੇ ਦੀ ਜਾਂ ਕੁਛ ਕਹਿ ਲਓ ਵੀ ਉਹਨਾਂ ਦੀ ਉਮੀਦ ਹੈ ਵੀ ਕੁਛ ਚੰਗਾ ਹੋਵੇ ਭਾਰਤ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਦੋਸਤੋ। ਤਾਂ ਅੱਜ ਦੀ ਚਰਚਾ ਦਾ ਵਿਸ਼ਾ ਮੇਰੀ ਦਾ ਰਹੂਗਾ ਵੀ ਜਿਹੜੀ ਇੱਕ ਸਿਆਸੀ ਪਾਰਟੀਆਂ ਦੇ ਵਿੱਚ ਜਾਂ ਇੱਕ ਸਿਆਸਤ ਦੇ ਵਿੱਚ ਜਾਂ ਸਿਆਸਤਦਾਨਾਂ ਦੇ ਵਿੱਚ, ਉਹਨਾਂ ਦੇ ਵਿਚਾਰਧਾਰਾ ਦੇ ਵਿੱਚ, ਉਹਨਾਂ ਦੀ ਸੋਚ ਦੇ ਵਿੱਚ, ਉਹਨਾਂ ਦੇ ਕੰਮਾਂ ਦੇ ਵਿੱਚ ਜਾਂ ਉਹਨਾਂ ਦੇ ਕਿਰਦਾਰਾਂ ਦੇ ਵਿੱਚ ਜਿੰਨੀ ਗਿਰਾਵਟ ਹੁਣ ਤੱਕ ਆ ਚੁੱਕੀ ਹੈ, ਤਾਂ ਉਹ ਇੱਕ ਬਹੁਤ ਹੀ ਸ਼ਰਮਨਾਕ ਹੱਦ ਤੱਕ ਜਿਹੜੀ ਆ ਉਹ ਪਹੁੰਚ ਚੁੱਕੀ ਆ ਦੋਸਤੋ। ਕਿਉਂਕਿ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਆਪਾਂ ਸਮੇਂ-ਸਮੇਂ ਤੇ ਆਪਾਂ ਜਿਹੜੀਆਂ ਸਮਾਜ ਦੇ ਵਿੱਚ ਹੁੰਦੀਆਂ ਉਹ ਦੇਖ ਰਹੇ ਨੇ, ਕਿਉਂਕਿ ਇਹ ਪਾਰਟੀਆਂ ਪਾਵਰ ਹਾਸਲ ਕਰਨ ਲਈ, ਰਾਜ ਭਾਗ ਹਾਸਲ ਕਰਨ ਲਈ ਤੇ ਆਪਣੇ ਆਪ ਨੂੰ ਕਾਬਜ਼ਦ ਰੱਖਣ ਦੇ ਲਈ ਹਰ ਤਰੀਕੇ ਦਾ ਇੱਕ ਜਿਹੜਾ ਹੱਥਕੰਡਾ ਹੈ ਉਹ ਅੱਜ ਅਪਣਾਉਣ ਤੋਂ ਜਿਹੜੀ ਗੁਰੇਜ਼ ਨਹੀਂ ਕਰਦੀਆਂ। ਚਾਹੇ ਉਹ ਕਿਸੇ ਸਮਾਜ ਦਾ ਕਤਲੋ-ਗਾਰਤ ਹੋਵੇ, ਕਿਸੇ ਕਮਿਊਨਿਟੀ ਦੀ ਸੋਚ ਦਾ, ਉਹਨਾਂ ਦੇ ਏਰੀਏ ਦਾ, ਉਹਨਾਂ ਦੇ ਖਿੱਤੇ ਨੂੰ ਤਬਾਹ ਕਰਨਾ ਹੀ ਹੋਵੇ, ਤਾਂ ਏਦਾਂ ਦੀਆਂ ਘਟਨਾਵਾਂ ਤੁਸੀਂ ਆਮ ਹੈ ਜਿਹੜੀਆਂ ਉਹ ਭਾਰਤ ਦੇ ਵਿੱਚ ਜਾਂ ਸਿਸਟਮ ਦੇ ਵਿੱਚ, ਕਿਤੇ ਵੀ ਦੁਨੀਆ ਦੇ ਵਿੱਚ ਬਹੁਤ ਕੰਟਰੀਜ਼ ਦੇ ਵਿੱਚ ਏਦਾਂ ਦਾ ਜਿਹੜਾ ਵਾਪਰਦਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਦੋਸਤੋ। ਤਾਂ ਏਦਾਂ ਦੀ ਚਰਚਾ, ਕਿਉਂਕਿ ਮੇਰਾ ਕਈ ਦਿਨਾਂ ਤੋਂ ਇਸ ਚੀਜ਼ ਦੇ ਉੱਤੇ ਹੀ ਧਿਆਨ ਸੀਗਾ ਤੇ ਇਸ ਚੀਜ਼ ਨੂੰ ਹੀ ਮੈਂ ਘੋਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਤੇ ਕੁਝ ਗੱਲਾਂ ਸੀਗੀਆਂ ਜਿਹੜੀਆਂ ਹਰ ਇੱਕ ਦੇ ਮਨ ਦੇ ਵਿੱਚ ਉੱਠਣੀਆਂ ਚਾਹੀਦੀਆਂ, ਕਿਉਂਕਿ ਦੋਸਤੋ ਇੱਕ ਮੇਰਾ ਮੰਨਣਾ, ਕਿਉਂਕਿ ਅਸੀਂ ਬਾਹਰ ਬੈਠੇ ਹਾਂ, ਇਸ ਚੀਜ਼ ਉੱਤੇ ਚਰਚਾ ਕਰਦੇ ਹਾਂ, ਤਾਂ ਸਾਡਾ ਚਰਚਾ ਕਰਨ ਦਾ ਜਾਂ ਬੋਲਣ ਦਾ ਮਕਸਦ ਸਿਰਫ ਇੰਨਾ ਕੀ ਹੀ ਹੁੰਦਾ ਵੀ ਕੁਝ ਵਿਚਾਰ ਨੇ, ਕੁਝ ਵਿਚਾਰਧਾਰਾਵਾਂ ਨੇ ਜਿਹੜੀਆਂ ਸਮਾਜ ਦੇ ਵਿੱਚ ਚਰਚਾ ਦੇ ਵਿੱਚ ਰਹਿਣੀਆਂ ਬੜੀਆਂ ਜ਼ਰੂਰੀਆਂ ਨੇ। ਜਦੋਂ ਕੋਈ ਟਾਕ, ਕੋਈ ਵਿਚਾਰ ਜਾਂ ਕੋਈ ਮੁੱਦਾ ਸਮਾਜ ਦੇ ਵਿੱਚ ਚਰਚਾ ਦੇ ਰੂਪ ਵਿੱਚ ਉੱਭਰਿਆ ਰਹਿੰਦਾ ਤਾਂ ਉਹ ਜਿਉਂਦਾ ਰਹਿੰਦਾ। ਅਗਰ ਅਸੀਂ ਉਹਦੇ ਉੱਤੇ ਜਿਹੜੀ ਆ ਚਰਚਾ ਉਹ ਬੰਦ ਕਰ ਦਿੰਦੇ ਹਾਂ, ਤਾਂ ਉਹ ਮੁੱਦਾ ਜਿਹੜਾ ਉਹ ਮਰ ਜਾਂਦਾ ਜਾਂ ਉਹ ਠੰਡੇ ਵਾਸਤੇ ਵਿੱਚ ਪੈ ਜਾਂਦਾ ਜਾਂ ਲੋਕ ਉਸ ਨੂੰ ਭੁੱਲ ਜਾਂਦੇ ਆ ਦੋਸਤੋ। ਤਾਂ ਹੁਣ ਆਪਾਂ ਪਿਛੋਕੜ ਤੋਂ ਹੀ ਪੁਰਾਣੇ ਸਮੇਂ ਤੋਂ ਗੱਲ ਕਰਦੇ ਹਾਂ, ਕਿਉਂਕਿ ਸਿਆਸਤਦਾਨਾਂ ਦਾ ਇੱਕ ਕਿਰਦਾਰ ਹੁੰਦਾ ਸੀ ਜਾਂ ਇੱਕ ਜਿਹਨੂੰ ਆਪਾਂ ਲੀਡਰ ਗਿਣਿਆ ਜਾਂਦਾ ਜਾਂ ਲੀਡਰ ਕਿਹਾ ਜਾਂਦਾ ਹੁੰਦਾ ਸੀਗਾ, ਤੇ ਉਹਨਾਂ ਦੇ ਕੀ ਕਰਨੀ ਤੇ ਕਹਿਣੀ ਦੇ ਵਿੱਚ ਫਰਕ ਹੁੰਦਾ ਸੀ ਜਾਂ ਕਿੰਨੇ ਕੁ ਪੱਕੇ ਹੁੰਦੇ ਸੀ ਦੋਸਤੋ। ਇਸ ਚੀਜ਼ ਦੇ ਉੱਤੇ ਤੁਸੀਂ ਖੁਦ ਅਨੁਮਾਨ ਲਾ ਸਕਦੇ ਹੋ ਆਪਣੇ ਪੁਰਾਣੇ ਸਮੇਂ ਦੇ ਵਿੱਚ ਜਾ ਕੇ, ਪਰ ਕੁਝ ਕੁ ਦਹਾਕਿਆਂ ਤੋਂ ਤਾਂ ਇਹ ਚੀਜ਼ ਕੰਟੀਨਿਊ ਹੈ, ਪਰ ਅੱਜ ਇਹ ਇੱਕ ਹੱਦ ਤੋਂ ਬੱਤਰ ਪੱਧਰ ਦੇ ਉੱਤੇ, ਨਿਘਾਰ ਦੇ ਉੱਤੇ ਹੈ ਜਿਹੜੀ ਉਹ ਪਹੁੰਚ ਚੁੱਕੀ ਹੈ। ਤਾਂ ਤੁਸੀਂ ਆਪਾਂ ਪਿੱਛੋਂ ਬ੍ਰਿਟਿਸ਼ ਕਾਲ ਤੋਂ ਹੀ, ਜਿਹੜੇ ਬ੍ਰਿਟਿਸ਼ ਜਦੋਂ ਆਪਾਂ ਭਾਰਤ ਨੂੰ ਗੁਲਾਮ ਕਹਿੰਦੇ ਸੀ, ਆਪਣਾ 15 ਅਗਸਤ ਹੈ ਜਿਹੜਾ ਹੁਣ ਲੰਘ ਕੇ ਗਿਆ, ਤੇ ਉਹਦੇ ਉੱਤੇ ਆਪਾਂ ਗੱਲਬਾਤ, ਸਾਰਿਆਂ ਨੇ ਆਜ਼ਾਦੀ ਦਿਵਸ ਮਨਾਇਆ ਤੇ ਸਾਰਿਆਂ ਨੂੰ ਭਾਰਤ ਨੂੰ ਮੁਬਾਰਕਾਂ, ਕਿਉਂਕਿ ਖੁਦ ਮੁਖਤਿਆਰੀ ਮਿਲੀ ਸੀ। ਹੋਰ ਬਹੁਤ ਚੀਜ਼ਾਂ ਨੇ, ਬਹੁਤ ਹੀ ਲੋਕਾਂ ਦੇ ਮਨਾਂ ਦੇ ਖਦਸ਼ੇ, ਸਵਾਲ ਨੇ ਜਿਹੜੇ ਅੱਜ ਖੜੇ ਹੋ ਰਹੇ ਨੇ ਵੀ ਆਜ਼ਾਦੀ ਕਿਵੇਂ ਦੀ, ਕਿੱਦਾਂ ਦੀ ਤੇ ਕਿਹੜੀ ਆਜ਼ਾਦੀ, ਤੇ ਕਿਸ ਆਜ਼ਾਦੀ ਦੀ ਅਸੀਂ ਅੱਜ ਜਸ਼ਨ ਤੇ ਖੁਸ਼ੀ ਮਨਾਉਂਦੇ ਹਾਂ, ਕਿਉਂਕਿ ਸ਼ਾਇਦ ਅਸੀਂ ਉਸ ਸਮੇਂ ਦੇ ਮੁਕਾਬਲੇ ਅੱਜ ਜ਼ਿਆਦਾ ਬੱਤਰ ਹਾਲਾਤਾਂ ਦੇ ਵਿੱਚ ਆ ਜਾਂ ਇੱਕ ਸਿਸਟਮੈਟਿਕਲੀ ਫਿਰ ਅਸੀਂ ਸੇਮ ਹਾਲਾਤਾਂ ਦੇ ਵਿੱਚ ਆ। ਤਾਂ ਦੋਸਤੋ ਉਸ ਸਮੇਂ ਦੇ ਵਿੱਚ ਆਪਾਂ ਜੇ ਗੱਲ ਕਰਦੇ ਜਾਈਏ
ਤਾਂ ਬ੍ਰਿਟਿਸ਼ ਸਮੇਂ ਦੇ ਵਿੱਚ ਜਦੋਂ ਆਪਾਂ ਭਾਰਤ ਨੂੰ ਗੁਲਾਮ ਗਿਣਦੇ ਸੀ, ਉਦੋਂ ਹੀ ਆਪਣੇ ਕਿੰਨੇ ਹੀ ਜੁਝਾਰੂਆਂ ਨੇ ਆਪਣੀ ਵਿਚਾਰਧਾਰਾ ਦੇ ਉੱਤੇ ਸਟੈਂਡ ਲੈ ਕੇ, ਆਪਣੇ ਕਰਮ ਦੇ ਉੱਤੇ ਸਟੈਂਡ ਲੈ ਕੇ, ਜਾਣੀ ਕਿ ਇੱਕ ਸਿਸਟਮ ਨੂੰ, ਇੱਕ ਤਾਨਾਸ਼ਾਹ ਐਡਮਿਨਿਸਟ੍ਰੇਸ਼ਨ ਨੂੰ ਚੈਲੰਜ ਕੀਤਾ ਸੀਗਾ ਤੇ ਉਹਨਾਂ ਪਾਰਟੀਆਂ ਨੇ ਇੱਕੋ ਏਜੰਡੇ ਦੇ ਉੱਤੇ, ਜਾਣੀ ਕਿ ਆਜ਼ਾਦੀ ਦੇ ਏਜੰਡੇ ਦੇ ਉੱਤੇ ਇੱਕੋ ਬਹੁਤ ਲੜਾਈਆਂ ਲੜੀਆਂ, ਚਾਹੇ ਉਹ ਵੱਖਰੇ ਤਰੀਕੇ, ਵੱਖਰੇ ਢੰਗਾਂ ਦੇ ਨਾਲ ਲੜੀਆਂ ਗਈਆਂ ਹੋਣ। ਤਾਂ ਉਹਨਾਂ ਲੀਡਰਸ ਜੋ ਅੱਜ ਜਿਨ੍ਹਾਂ ਦੀ ਆਪਾਂ ਬੜੀ ਰਿਸਪੈਕਟ ਨਾਲ, ਜਿਵੇਂ ਮੈਂ ਫੋਰ ਐਗਜ਼ਾਮਪਲ ਹੀ ਸੁਭਾਸ਼ ਚੰਦਰ ਬੋਸ ਹੋ ਗਏ, ਭਗਤ ਸਿੰਘ, ਸੁਖਦੇਵ, ਰਾਜਗੁਰੂ ਜਾਂ ਹੋਰ ਵੀ ਜਿੰਨੇ ਆਪਣੇ ਭਾਰਤ ਦੇ ਜਿਹੜੇ ਲੜਾਕੂ ਜਾਂ ਜਿਹੜੇ ਨੁਮਾਇੰਦੇ ਹੋਏ ਸੀਗੇ, ਉਹਨਾਂ ਨੇ ਕਿੰਨੇ ਤਸ਼ੱਦਦ ਤੇ ਤਸੀਹੇ ਝੱਲੇ, ਪਰ ਉਹਨਾਂ ਨੇ ਆਪਣੀਆਂ ਵਿਚਾਰਧਾਵਾਂ ਜਿਹੜੀਆਂ ਉਦੋਂ ਨਹੀਂ ਛੱਡੀਆਂ ਤੇ ਨਾ ਹੀ ਤਿਆਗੀਆਂ। ਫਾਂਸੀਆਂ ਕੱਟੀਆਂ, ਲੰਬੀਆਂ ਜੇਲਾਂ ਕੱਟੀਆਂ, ਜਾਂ ਫਿਰ ਉਸ ਸਮੇਂ ਤੁਸੀਂ ਇਹ ਕਹਿ ਲਓ ਵੀ ਜਿਹੜਿਆਂ ਨੇ ਵੀ ਇੱਕ ਸਮਾਜ ਦੇ ਨਾਲ, ਇੱਕ ਖਿੱਤੇ ਦੇ ਨਾਲ, ਆਪਣੇ ਲੋਕਾਂ ਦੇ ਨਾਲ ਉਸ ਟਾਈਮ ਜਿਹੜੇ ਗੱਦਾਰੀ ਕੀਤੀ ਸੀ ਜਾਂ ਧੋਖਾ ਕੀਤਾ ਸੀਗਾ, ਤਾਂ ਉਹਨਾਂ ਨੂੰ ਅਗਲੀਆਂ ਪੁਸ਼ਤਾਂ ਤੱਕ ਵੀ ਉਸ ਟੈਗ ਦੇ ਨਾਲ, ਗੱਦਾਰੀ ਦੇ ਟੈਗ ਦੇ ਨਾਲ, ਉਸ ਨਫ਼ਰਤ ਦੇ ਨਾਲ ਦੇਖਿਆ ਗਿਆ, ਵਾਚਿਆ ਗਿਆ। ਕਿਉਂਕਿ ਇਸ ਪੱਧਰ ਦੇ ਤੱਕ ਲੋਕ ਵੀ ਸੰਜੀਦਾ ਸੀਗੇ, ਉਸ ਚੀਜ਼ ਨੂੰ ਸਮਝਦੇ ਸੀਗੇ ਵੀ ਹਾਂ, ਕੌਣ ਸਹੀ ਹੈ, ਕੌਣ ਗਲਤ ਹੈ, ਕੌਣ ਸਮਾਜ ਦੇ ਭਲੇ ਦੇ ਲਈ ਕੰਮ ਕਰ ਰਿਹਾ ਜਾਂ ਸਮਾਜ ਦੇ ਲਈ ਲੜ ਰਿਹਾ। ਕਿਉਂਕਿ ਹਰ ਇੱਕ ਪੀੜ੍ਹੀ ਦਾ ਲਾ ਲਓ, ਹਰ ਇੱਕ ਸਮੇਂ ਦੇ, ਹਰ ਇੱਕ ਦੌਰ ਦਾ ਇੱਕ ਸੁਪਨਾ ਹੁੰਦਾ ਲੋਕਾਂ ਦਾ, ਇੱਕ ਸਾਫ਼-ਸੁਥਰਾ, ਚੱਜਾ ਤੇ ਇੱਕ ਖੂਬਸੂਰਤ ਸਮਾਜ ਹੈ ਜਿਹੜਾ ਉਹ ਸਿਰਜਣ ਦਾ ਦੋਸਤੋ। ਤੇ ਉਸ ਕਰਕੇ ਹੀ ਇਹ ਸਾਰੇ ਜਿਹੜੇ ਸੰਘਰਸ਼ ਨੇ, ਜਿਹੜੀਆਂ ਕਮਿਊਨਿਟੀਜ਼ ਨੇ ਜਾਂ ਜਿਹੜੇ ਲੋਕ ਨੇ, ਉਹ ਸੰਘਰਸ਼ਾਂ ਦੇ ਰਾਹ ਦੇ ਵਿੱਚੋਂ ਲੰਘ ਕੇ ਚੱਲਦੇ ਨੇ ਤੇ ਉਸ ਤੋਂ ਬਾਅਦ ਹੀ ਇਹ ਐਗਜ਼ਾਮਪਲਾਂ ਜਿਹੜੀਆਂ ਸੈੱਟ ਹੁੰਦੀਆਂ ਨੇ। ਤੇ ਅੱਜ ਜਿਹੜੀਆਂ ਐਗਜ਼ਾਮਪਲਾਂ ਨੇ ਦੋਸਤੋ, ਕੀ ਸੈੱਟ ਹੋ ਰਹੀਆਂ ਨੇ? ਅੱਜ ਦੀ ਜਿਹੜੀ ਸਿਆਸਤ ਹੈ ਜਾਂ ਜੋ ਅੱਜ ਦੇ ਸਿਆਸਤਦਾਨ ਨੇ, ਉਹਨਾਂ ਦੇ ਕਿਰਦਾਰਾਂ ਦੇ ਵਿੱਚ, ਉਹਨਾਂ ਪਾਰਟੀਆਂ ਦੀ ਵਿਚਾਰਧਾਰਾ ਦੇ ਵਿੱਚ ਤੁਸੀਂ ਕਿੱਦਾਂ ਦਾ ਮਾਹੌਲ ਦੇਖਦੇ ਹੋ, ਜਾਂ ਪੁਰਾਣੇ ਸਮੇਂ ਤੋਂ, ਜਾਂ ਕਿੱਦਾਂ ਦਾ ਅੰਤਰ ਹੈ ਜਿਹੜਾ ਅੱਜ ਮਹਿਸੂਸ ਕਰਦੇ ਹੋ ਦੋਸਤੋ? ਇਹ ਤੁਸੀਂ ਖੁਦ ਨਾਲ ਵੀ ਇਹ ਸਵਾਲ ਕਰ ਸਕਦੇ ਹੋ, ਪਰ ਜੋ ਮੈਨੂੰ ਲੱਗਿਆ ਮੈਂ ਆਪਣੇ ਸ਼ਬਦਾਂ ਦੇ ਵਿੱਚ ਤੁਹਾਡੇ ਨਾਲ ਰੱਖਣ ਦੀ ਹੈ ਜਿਹੜੀ ਉਹ ਕੋਸ਼ਿਸ਼ ਕਰਦਾ ਦੋਸਤੋ। ਤੁਸੀਂ ਅੱਜ-ਕੱਲ੍ਹ ਦੇਖ ਲਓ ਵੀ ਅੱਜ-ਕੱਲ੍ਹ ਸਿਆਸਤ ਦੇ ਵਿੱਚ ਕਿੰਨੇ ਹੀ ਗੱਲਾਂ ਨੇ ਜਿਹੜੀਆਂ ਆਮ ਪ੍ਰਚਲਿਤ ਹੋ ਚੁੱਕੀਆਂ ਨੇ। ਜਿਵੇਂ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਦੱਸਾਂ ਵੀ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ ਜਾਂ ਕੋਈ ਕਿਸੇ ਦਾ ਦੋਸਤ ਨਹੀਂ ਹੁੰਦਾ। ਜਾਣੀ ਕਿ ਤੁਸੀਂ ਸਪਸ਼ਟ ਸ਼ਬਦਾਂ ਦੇ ਵਿੱਚ ਜੇ ਕਹਿਣਾ ਚਾਹੀਏ ਤਾਂ ਸਿਆਸਤ ਦੇ ਵਿੱਚ ਅੱਜ ਕਿਸੇ ਦਾ ਸਟੈਂਡ ਨਹੀਂ ਹੁੰਦਾ। ਅੱਜ ਕਿਸੇ ਦੀ ਵਿਚਾਰਧਾਰਾ ਕੋਈ ਫੋਕਸ ਨਹੀਂ ਹੈਗਾ ਜਾਂ ਉਹਦੇ ਤੇ ਉਹ ਦ੍ਰਿੜ ਨਹੀਂ ਹੈਗਾ। ਜੇ ਆਪਾਂ ਗੱਲ ਕਰੀਏ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਨੇ, ਤਾਂ ਉਹ ਇੱਕ ਵਿਚਾਰਧਾਰਾ ਤੇ ਕੇਂਦਰਿਤ ਰਹਿਣ ਦੀ ਬਜਾਏ ਉਹ ਅੱਜ ਇੱਕ ਮੁੱਦਿਆਂ ਤੇ ਵੀ ਕੇਂਦਰਿਤ ਨਹੀਂ ਹੈਗੀਆਂ, ਵੀ ਲੋਕਾਂ ਨੂੰ ਕੀ ਚਾਹੀਦਾ, ਸਾਡਾ ਲੋਕਾਂ ਦੇ ਲਈ ਕੀ ਕਰਨਾ ਬਣਦਾ, ਜਾਂ ਜੇ ਅਸੀਂ ਸੱਤਾ 'ਚ ਹੈਗੇ ਹਾਂ ਤਾਂ ਸਾਡੀਆਂ ਕੀ ਰਿਸਪੋਂਸੀਬਿਲਿਟੀਜ਼ ਨੇ, ਜੇ ਸੱਤਾ ਤੋਂ ਬਾਹਰ ਨੇ ਤਾਂ ਅਸੀਂ ਕਿਹੜੀਆਂ ਲੜਾਈਆਂ ਨੇ ਜਿਹੜੀਆਂ ਮੌਜੂਦਾ ਸੱਤਾਧਾਰੀ ਧਿਰ ਦੇ ਨਾਲ ਲੜਦੀਆਂ ਨੇ। ਤਾਂ ਇਹ ਸਾਰੇ ਇੱਕ ਤਰੀਕੇ ਘਿਓ ਖਿਚੜੀ ਦੇ ਵਾਂਗੂ ਕੰਮ ਕਰਦੇ ਨੇ। ਤਾਂ ਇਹ ਚੀਜ਼ਾਂ ਤੁਹਾਨੂੰ ਪਤਾ ਹੀ ਲੱਗਦੀਆਂ ਹੋਣੀਆਂ ਤੇ ਅੱਖਾਂ ਦੇ ਵਿੱਚੋਂ ਰਾਹੀਂ ਤੁਸੀਂ ਰੋਜ਼ ਦੀ ਐਵਰੀਡੇ ਦੇਖਦੇ ਹੀ ਹੋਣਗੇ, ਪਰ ਤੁਹਾਨੂੰ ਪਰੋਸਿਆ ਤੇ ਦਿਖਾਇਆ ਕੁਛ ਹੋਰ ਜਾਂਦਾ ਹੈ। ਵੀ ਪਾਰਟੀ ਦੇ ਲੀਡਰ ਨੇ ਆਪਸ ਦੇ ਵਿੱਚ ਕਲੈਸ਼ ਕਰ ਰਹੇ ਨੇ, ਆਪਸ ਦੇ ਵਿੱਚ ਲੜ ਰਹੇ ਨੇ, ਪਰ ਇਹਨਾਂ ਦੀ ਲੜਾਈ ਦੀ ਜਿਹੜਾ ਪੱਧਰ ਹੈ ਤੁਸੀਂ ਉਹ ਵੀ ਦੇਖ ਲਓ, ਸ਼ਬਦਾਵਲੀ ਦੇ ਪੱਧਰ ਤੱਕ ਪਹੁੰਚ ਚੁੱਕੇ ਨੇ। ਪਹਿਲਾਂ ਫੈਸਲਿਆਂ ਤੇ ਵਿਚਾਰਧਾਰਾ ਦਾ ਪੱਧਰ ਡਿੱਗਿਆ, ਫਿਰ ਉਸ ਤੋਂ ਬਾਅਦ ਕਿਰਦਾਰਾਂ ਦਾ ਪੱਧਰ ਡਿੱਗਿਆ ਤੇ ਅੱਜ ਜਿਹੜਾ ਹੈ ਇੱਕ ਸ਼ਬਦਾਵਲੀ ਦਾ ਪੱਧਰ ਵੀ ਹੈ ਜਿਹੜਾ ਬਹੁਤ ਹੱਦ ਤੱਕ ਹੈ ਜਿਹੜਾ ਉਹ ਡਿੱਗਿਆ ਹੋਇਆ ਤੁਹਾਨੂੰ ਨਜ਼ਰ ਆਊਗਾ ਦੋਸਤੋ। ਕਿਉਂਕਿ ਇਹ ਚੀਜ਼ ਤੁਸੀਂ ਆਮ ਐਵਰੀਡੇ ਦੇ ਵਿੱਚ ਦੇਖਦੇ ਹੋਵੋਗੇ। ਤੇ ਇੱਕ ਚੀਜ਼ ਬੜੀ ਤੁਸੀਂ ਅਕਸਰ ਦੇਖਦੇ ਹੋਵੋਗੇ ਵੀ ਇੱਕ ਪਾਰਟੀ ਦਾ ਲੀਡਰ ਹੈ, ਚਾਹੇ ਉਹ ਪਹਿਲਾਂ ਮੌਜੂਦਾ ਵਿਧਾਇਕ ਰਿਹਾ ਹੋਵੇ ਤੇ ਮੌਜੂਦਾ ਪਾਰਟੀ ਹੈ ਜਿਹੜੀ ਉਹਦੀ ਉਸਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੰਦੀ ਹੈ, ਬਟ ਦੂਜੀ ਪਾਰਟੀ ਉਹਨੂੰ ਅਗਲੇ ਦਿਨ ਹੀ ਟਿਕਟ ਦਿੰਦੀ ਹੈ। ਤਾਂ ਇਹ ਕਿੱਦਾਂ ਦੇ ਸਰਵੇਖਣ ਜਾਂ ਕਿੱਦਾਂ ਦੀ ਉਹਨਾਂ ਦੀ ਕ੍ਰੈਡੀਬਿਲਿਟੀ ਚੈੱਕ ਕਰਦੇ ਨੇ ਵੀ ਉਹਦੀ ਮੌਜੂਦਾ ਪਾਰਟੀ ਵੱਲੋਂ ਨਕਾਰਿਆ ਹੋਇਆ ਲੀਡਰ ਤੇ ਦੂਜੀ ਪਾਰਟੀ ਉਹਨੂੰ ਐਕਸੈਪਟ ਕਰ ਲੈਂਦੀ ਹੈ। ਤਾਂ ਇਹ ਵੀ ਇੱਕ ਸਿਆਸਤ ਦੇ ਪੱਧਰ ਦੇ ਵਿੱਚ ਬਹੁਤ ਵੱਡੀ ਗਿਰਾਵਟ ਦਾ ਇੱਕ ਚਿੰਨ੍ਹ ਹੈ ਜਿਹੜਾ ਅਸੀਂ ਦੇਖਣ ਨੂੰ ਮਿਲਦਾ ਹੈ ਦੋਸਤੋ। ਅੱਜ ਜੇ ਆਪਾਂ ਗੱਲ ਕਰਦੇ ਹਾਂ ਤੇ ਬਾਕੀ ਹਰ ਇੱਕ ਪਾਰਟੀ ਦੀ, ਤਾਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕਿੰਨਾ ਕੁਛ ਵਾਪਰਿਆ ਤੇ ਜਿਹੜੀ ਕਾਂਗਰਸ ਪਾਰਟੀ ਸੀ ਜਾਂ ਹੋਰ ਪਾਰਟੀਆਂ ਦੇ ਲੀਡਰ ਸੀਗੇ, ਉਹਨਾਂ ਨੇ ਕਿਹੜੀਆਂ-ਕਿਹੜੀਆਂ ਪਾਰਟੀਆਂ ਛੱਡੀਆਂ ਤੇ ਕਿਹੜੀਆਂ-ਕਿਹੜੀਆਂ ਪਾਰਟੀਆਂ ਜਿਹੜੀਆਂ ਉਹ ਜੁਆਇਨ ਕੀਤੀਆਂ ਦੋਸਤੋ। ਤਾਂ ਇਹਦੇ ਤੇ ਗੱਲ ਕਰਦੇ-ਕਰਦੇ ਅੱਗੇ ਵੱਧਦੇ ਹਾਂ ਆਪਾਂ। ਤਾਂ ਕੀ ਮੈਂ ਆਮ ਲੋਕਾਂ ਨੂੰ ਸਵਾਲ ਕਰਦਾ ਵੀ ਕੀ ਇਸ ਸਾਰੇ ਤਾਣੇ-ਬਾਣੇ ਨੂੰ, ਇਸ ਸਾਰੇ ਚਿੱਕੜ ਨੂੰ ਜਾਂ ਇਸ ਗੰਦੀ ਸਿਆਸਤ ਨੂੰ ਕੀ ਸਾਡੇ ਲੋਕਾਂ ਨੇ ਇੱਕ ਸਮਾਜਿਕ ਮਾਨਤਾ ਦੇ ਦਿੱਤੀ ਹੈ? ਕੀ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰਕੇ ਬਹਿ ਗਏ ਹਾਂ ਵੀ ਹਾਂ, ਸਾਨੂੰ ਬਾਕੀ ਕਮੇਡੀ ਸ਼ੋਆਂ ਦੇ ਜਾਂ ਜੋ ਡਰਾਮੇ ਨੇ ਜਾਂ ਜੋ ਵੀ ਸੀਰੀਅਲ ਜਾਂ ਕੁਛ ਵੀ ਤਰੀਕੇ, ਏਦਾਂ ਅਸੀਂ ਸਿਆਸਤ ਨੂੰ ਵੀ ਉਸ ਤਰੀਕੇ ਲੈਣ ਲੱਗ ਗਏ ਹਾਂ ਵੀ ਹਾਂ, ਅਸੀਂ ਉਹਨਾਂ ਨੂੰ ਇੱਕ ਪੁਖਤਾ ਰੂਪ ਦੇ ਵਿੱਚ ਨਹੀਂ ਦੇਖ ਪਾ ਰਹੇ ਵੀ ਇਹ ਜੋ ਇਨਸਾਨ ਨੇ, ਇਹ ਆਪਣੇ ਕਿਰਦਾਰ ਤੋਂ, ਆਪਣੇ ਸਟੈਂਡ ਤੋਂ, ਆਪਣੀ ਵਿਚਾਰਧਾਰਾ ਤੋਂ ਗਿਰ ਗਏ ਨੇ, ਇਸ ਕਰਕੇ ਸਾਨੂੰ ਇਹਨਾਂ ਨੂੰ ਨਕਾਰਨਾ ਹੀ ਬਣਦਾ।
ਕੀ ਅਸੀਂ ਹਰ ਦਿਨ ਨਵੀਂ ਖਬਰ ਦੇ ਮਗਰ ਲੱਗ ਜਾਂਦੇ ਹਾਂ ਤੇ ਪਿਛਲਾ ਸਾਰਾ ਕੁਛ ਭੁੱਲ ਜਾਂਦੇ ਹਾਂ? ਤਾਂ ਸਭ ਤੋਂ ਬੜਾ ਸਵਾਲ ਇਹੀ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਇਹ ਸਿਆਸੀ ਧਿਰਾਂ ਨੇ ਜਾਂ ਜੋ ਸਿਆਸਤਦਾਨ ਨੇ, ਇਹਨਾਂ ਨੇ ਇੱਕ ਇਸ ਤਰ੍ਹਾਂ ਦਾ ਇਨਵਾਇਰਨਮੈਂਟ, ਇੱਕ ਮਾਹੌਲ ਸੈੱਟ ਕਰ ਲਿਆ ਵੀ ਇਹ ਚੀਜ਼ਾਂ ਨੂੰ ਸਮਾਜਿਕ ਮਾਨਤਾ ਇਹਨਾਂ ਨੇ ਆਪਣੇ ਆਪ ਹੀ ਲੈ ਲਈ, ਜਾਂ ਅਸੀਂ ਜੋ ਲੋਕ ਇਹਨਾਂ ਦੇ ਸਵਾਲ ਨਹੀਂ ਉਠਾਉਂਦੇ ਜਾਂ ਇਹਨਾਂ ਤੇ ਗੱਲ ਨਹੀਂ ਕਰਦੇ, ਜਾਂ ਅਸੀਂ ਇਹਨਾਂ ਨੂੰ ਹੈ ਜਿਹੜੀਆਂ ਉਹ ਜਿਹੜੀ ਸਮਾਜਿਕ ਮਾਨਤਾ ਦੇ ਦਿੱਤੀ ਹੈ ਦੋਸਤੋ। ਤਾਂ ਪਿਛਲੇ ਸਮੇਂ ਦੇ ਵਿੱਚ ਜਦੋਂ ਮੈਂ ਕੁਝ ਕੁ ਘਟਨਾਵਾਂ ਦੀ ਚਰਚਾ ਕਰਦਾ, ਵੱਡੀਆਂ ਘਟਨਾਵਾਂ ਜਿਹੜੀਆਂ ਕਰੂਸ਼ਲ ਘਟਨਾਵਾਂ ਨੇ, ਜਿਹੜੀਆਂ ਕੁਝ ਥੋੜੇ ਦਿਨ ਪਹਿਲਾਂ ਹੀ ਵਾਪਰੀਆਂ ਜਾਂ ਬਹੁਤ ਪੁਰਾਣੇ ਸਮੇਂ ਤੋਂ, ਕੋਈ ਦਹਾਕਿਆਂ ਤੋਂ ਵਾਪਰਦੀਆਂ ਆਉਂਦੀਆਂ ਨੇ, ਉਹ ਸਿਰਫ ਇੱਕ ਸੱਤਾ ਤੇ ਕਾਬਜ਼ ਹੋਣ ਲਈ ਹੀ ਵਾਪਰਦੀਆਂ ਨੇ, ਤੇ ਇੱਕ ਕਮਿਊਨਿਟੀ ਨੂੰ ਡਿਵਾਈਡ ਐਂਡ ਰੂਲ ਦੇ ਹਿਸਾਬ ਦੇ ਨਾਲ ਹੀ ਵਰਤਣਾ, ਤੇ ਉਸ ਤੋਂ ਬਾਅਦ ਉਸ ਤੋਂ ਵੋਟ ਬੈਂਕ ਲੈਣਾ, ਤੇ ਉਹੀ ਉਹਨਾਂ ਦੀ ਹੈ ਜਿਹੜੀ ਇੱਕ ਮੇਨ ਮਨਸ਼ਾ ਹੁੰਦੀ ਆ ਰਾਜ ਕਰਨ ਦੀ। ਤੇ ਦੂਜੇ ਪਾਸੇ ਜਿਹੜੀਆਂ ਅੱਜ-ਕੱਲ੍ਹ ਇਹ ਪਾਰਟੀਆਂ ਨੇ, ਸਾਨੂੰ ਇਹ ਵੀ ਦੇਖਣਾ ਤੇ ਵਾਚਣਾ ਚਾਹੀਦਾ ਵੀ ਹਾਊ ਦੇ ਵਰਕ, ਉਹ ਕੰਮ ਕਿਵੇਂ ਕਰਦੀਆਂ ਨੇ। ਤੁਹਾਨੂੰ ਨਹੀਂ ਲੱਗਦਾ ਵੀ ਅੱਜ ਦੀ ਪਾਰਟੀ ਹੈ ਜਿਹੜੀ ਉਹ ਇੱਕ ਕੰਪਨੀ ਦੇ ਤਰੀਕੇ ਕੰਮ ਕਰਦੀ ਹੈ? ਵੀ ਜਿਵੇਂ ਉਹਦਾ ਇੱਕ ਮੁਖੀ ਹੈ, ਇੱਕ ਸੀਈਓ ਹੈ, ਤੇ ਜਿਵੇਂ ਪੁਰਾਣੀ ਪਾਰਟੀ ਹੈ ਭਾਰਤ ਦੀ ਬੜੀ, ਜਿਵੇਂ ਬੀਜੇਪੀ ਸੀਗੀ, ਉਸ ਤੋਂ ਪਹਿਲਾਂ ਕਾਂਗਰਸ ਸੀ, ਕਾਂਗਰਸ ਦਾ ਵੇਤਰਾ ਇੱਕ ਪਰਿਵਾਰ ਤੋਂ ਸ਼ੁਰੂ ਹੁੰਦਾ, ਤੇ ਉਸ ਤੋਂ ਬਾਅਦ ਬੀਜੇਪੀ ਵੀ ਅੱਜ ਇੱਕ ਸਿਸਟਮੈਟਿਕਲੀ ਕੁਛ ਚੁਣਿੰਦਾ ਬੰਦਿਆਂ ਦੀ ਹੈ ਜਿਹੜੀ ਉਹ ਨਿੱਜੀ ਪਾਰਟੀ ਬਣਦੀ ਜਾ ਰਹੀ ਹੈ। ਕਿਉਂਕਿ ਜਦੋਂ ਵੀ ਆਪਣੇ ਮੌਜੂਦਾ ਪ੍ਰਧਾਨ ਮੰਤਰੀ ਸੀਗੇ, ਜਦੋਂ ਉਹਨਾਂ ਨੂੰ ਪਹਿਲਾਂ ਲਾਂਚ ਕੀਤਾ ਗਿਆ ਸੀ ਤਾਂ ਕਈ ਵੱਡੇ ਲੀਡਰ ਸੀ ਜਿਹੜੇ ਉਹਨਾਂ ਨੂੰ ਬਾਈਪਾਸ ਕਰਕੇ ਕੀਤਾ ਗਿਆ ਸੀ। ਤੇ ਇਸ ਤਰੀਕੇ ਹੁਣ ਤੀਜੀ ਪਾਰਟੀ ਹੈ ਜਿਹੜੀ ਆਪਣੇ ਪੰਜਾਬ ਦੇ ਵਿੱਚ ਹੈ, ਇਹਦਾ ਵੀ ਤੁਹਾਨੂੰ ਇੱਕ ਹੀ ਮਾਲਕ ਹੈ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ, ਜਾਂ ਤੁਹਾਨੂੰ ਆਬਵੀਅਸ ਹੈ, ਤੁਸੀਂ ਫੀਲ ਕਰ ਸਕਦੇ ਹੋਵੋਗੇ ਵੀ ਜਿਸ ਹੀ ਇਜ਼ ਵਨ ਐਂਡ ਓਨਲੀ, ਵੀ ਉਹੀ ਸਾਰਾ ਕੁਛ ਆਪਰੇਟ ਕਰਦਾ ਹੈ। ਤੇ ਇਹਨਾਂ ਦੇ ਵਿੱਚ ਤੁਸੀਂ ਇਹ ਹਿਸਾਬ ਲਾਓ ਵੀ ਜਿਹੜੇ ਬਾਕੀ ਥੱਲੇ ਵਾਲੇ ਲੋਕ ਨੇ ਉਹ ਸਿਰਫ ਹੁਕਮ ਵਜਾਉਣ ਨੂੰ ਹੁੰਦੇ ਨੇ। ਤੁਸੀਂ ਇਹ ਸੋਚਦੇ, ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਕੇ ਤੁਹਾਡੇ ਨਾਲ ਅੱਗੇ ਵੱਧਦਾ ਮੈਂ, ਜਿੰਨੀਆਂ ਵੀ ਪਾਰਟੀਆਂ ਨੇ ਪੰਜਾਬ ਦੀਆਂ, ਹਾਂ ਕੁਛ ਵੱਡੇ ਲੀਡਰ ਹੁੰਦੇ ਨੇ ਜਿਹੜੇ ਆਪਣੇ ਏਰੀਏ ਦੇ ਵਿੱਚ ਕਾਬਜ਼ ਹੁੰਦੇ ਨੇ, ਉਹਨਾਂ ਦੇ ਹਲਕੇ ਜਿਹੜੇ ਪੱਕੇ ਹੁੰਦੇ ਨੇ, ਤਾਂ 117 ਦੇ ਵਿੱਚ ਚਾਹੇ ਉਹ ਐਮਐਲਏ ਹਲਕੇ, ਹੁਣ ਤਾਂ ਜਿਹੜੇ ਹੁਣੇ ਰਾਜ ਸਭਾ ਦੇ ਨੁਮਾਇੰਦਗੀ ਜਿਹੜੀ ਹੋਈ ਸੀ, ਤੁਸੀਂ ਉਸਨੂੰ ਵੀ ਐਗਜ਼ਾਮਪਲ ਲੈ ਕੇ ਚੱਲ ਸਕਦੇ ਹੋ, ਤੇ ਜਿਹੜੇ ਲੋਕ ਸਭਾ ਦੇ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨ ਨੇ ਉਹਦੇ ਵਿੱਚ ਵੀ ਤੁਸੀਂ ਦੇਖ ਲਓਗੇ ਵੀ ਜਿਹੜੇ ਇੱਕ ਖਿੱਤੇ ਦੇ, ਇੱਕ ਹਲਕੇ ਦੇ ਵਿੱਚ ਰਹਿਣ ਵਾਲੇ ਜਿਹੜੇ ਪਾਰਟੀ ਵਰਕਰ, ਕਾਰਕੂਨ, ਜਾਂ ਉਹਨਾਂ ਦੇ ਜਿਹੜੇ ਗਰਾਊਂਡ ਪੱਧਰ ਦੇ, ਬਲਾਕ ਦੇ ਜਾਂ ਡਿਸਟ੍ਰਿਕਟ ਪੱਧਰ ਦੇ ਲੀਡਰ ਹੁੰਦੇ ਨੇ, ਉਹਨਾਂ ਨੂੰ ਇੱਕ ਪਾਸੇ ਕਰਕੇ ਕੋਈ ਬਾਹਰੋਂ ਕੋਈ ਵੱਡਾ ਰਈਸ ਬੰਦਾ ਜਾਂ ਅਮੀਰ ਬੰਦਾ ਜਾਂ ਕੋਈ ਬਿਜ਼ਨਸਮੈਨ ਜਾਂ ਕਿਸੇ ਤਰੀਕੇ ਦਾ ਮਸ਼ਹੂਰ ਬੰਦਾ ਜਿਹਦੀ ਫੇਸ ਵੈਲਿਊ ਹੋਵੇ, ਉਸਨੂੰ ਲਿਆ ਕੇ ਉੱਥੇ ਜਿਹੜਾ ਟਿਕਟ ਦਿੱਤੀ ਜਾਂਦੀ ਹੈ। ਇਹ ਪਾਰਟੀਆਂ ਕਰਦੀਆਂ ਨੇ। ਕਿਉਂ? ਕਿਉਂਕਿ ਸਾਡੇ ਲੋਕਾਂ ਦੀ ਉਹ ਇੱਕ ਮਾਨਸਿਕਤਾ ਜਿਹੜੀ ਉਹਨੂੰ ਪੜ੍ਹ ਚੁੱਕੇ ਨੇ, ਕਿਉਂਕਿ ਅਸੀਂ ਫੇਸ ਦੇ ਪਿੱਛੇ ਲੱਗਦੇ ਹਾਂ। ਛੋਟੀ ਜਿਹੀ ਐਗਜ਼ਾਮਪਲ ਫਿਰ ਮੌਜੂਦਾ ਲੈ ਕੇ ਚੱਲਦਾ, ਸਨੀ ਦਿਓਲ ਦੀ। ਸਨੀ ਦਿਓਲ ਦਾ ਹੁਣ ਬੜਾ ਵਿਰੋਧ ਕਰ ਰਹੇ ਨੇ ਉਹਦੀ ਫਿਲਮ ਦਾ, ਪਰ ਫਿਰ ਵੀ ਉਹਦੀ ਫਿਲਮ ਵਧੀਆ ਚੱਲੀ ਜਾ ਰਹੀ ਹੈ ਤੇ ਉਹ ਲੋਕ ਹੀ ਨੇ ਜਿਹੜੇ ਦੇਖਣ ਵਾਲੇ ਨੇ। ਤਾਂ ਗੁਰਦਾਸਪੁਰ ਤੋਂ ਉਹਨਾਂ ਨੂੰ ਬੜਾ ਸੀਟ ਦਿੱਤੀ ਗਈ ਤੇ ਉੱਥੋਂ ਦੇ ਲੋਕਾਂ ਨੇ ਜਿਤਾ ਕੇ ਵੀ ਭੇਜਿਆ, ਤੇ ਅੱਜ ਲੋਕ ਇਸ ਚੀਜ਼ ਦਾ ਖਾਸਾ ਨਾਰਾਜ਼ਗੀ ਜਤਾਉਂਦੇ ਨੇ, ਉਹ ਇੱਕ ਵਾਰ ਵੀ ਗੁਰਦਾਸਪੁਰ ਦੇ ਵਿੱਚ ਨਹੀਂ ਵੜੇ। ਤਾਂ ਏਦਾਂ ਦੀ ਤਰੀਕੇ ਦੀ ਇੱਕ ਪਾਲਿਸੀ ਦੇ ਨਾਲ ਜਿਹੜੀ ਇੱਕ ਸਿਆਸੀ ਪਾਰਟੀਆਂ ਨੇ ਜਾਂ ਸਿਆਸਤਦਾਨ ਨੇ, ਬਸ ਇਹ ਸੱਤਾ ਹਾਸਲ ਕਰਨ ਲਈ, ਉਸ ਦੇ ਉੱਤੇ ਕਾਬਜ਼ ਹੋਣ ਦੇ ਲਈ ਇਹ ਇੱਕ ਵੱਖਰੇ ਤਰੀਕੇ ਦੀ ਖੇਡ ਕਰਦੇ ਨੇ, ਤੇ ਇਸੇ ਤਰੀਕੇ ਵਿੱਚ ਲੋਕ ਹੈ ਜਿਹੜੇ ਉਹ ਜਾਲਾਂ 'ਚ ਫਸਦੇ ਨੇ, ਤੇ ਅਸੀਂ ਮੌਕੇ ਦੇ ਉੱਤੇ ਸਾਰਾ ਕੁਛ ਭੁੱਲ ਜਾਂਦੇ ਹਾਂ। ਸਾਡੇ ਲਈ ਮੁੱਦੇ ਵੀ ਖੜੇ ਕੀਤੇ ਜਾਂਦੇ ਨੇ, ਜਿਵੇਂ ਫੋਰ ਐਗਜ਼ਾਮਪਲ ਦਲਿਤ ਸਮਾਜ ਦਾ ਮੁੱਦਾ ਹੋ ਗਿਆ, ਦਲਿਤ ਮੁੱਖ ਮੰਤਰੀ ਦਾ ਮੁੱਦਾ ਹੋ ਗਿਆ, ਰੁਜ਼ਗਾਰ ਦਾ ਮੁੱਦਾ ਹੋ ਗਿਆ, ਤੇ ਸਾਫ਼ ਪਾਣੀ ਦਾ ਮੁੱਦਾ ਹੋ ਗਿਆ, ਜਾਣੀ ਕਿ ਆਪਣੇ ਮੈਡੀਕਲ ਇਸ਼ੂਜ਼ ਹੋ ਗਏ ਜਾਂ ਐਜੂਕੇਸ਼ਨ ਹੋ ਗਈ। ਹਰ ਤਰੀਕੇ ਦੇ ਮੁੱਦੇ ਆ ਜਿਹੜੇ ਉਹ ਉਭਾਰੇ ਜਾਂਦੇ ਨੇ, ਤੇ ਲੋਕਾਂ ਨੂੰ ਬਸ ਉਹ ਫੀਡ ਕੀਤਾ ਜਾਂਦਾ, ਕਿਉਂਕਿ ਇਸ ਤਰੀਕੇ ਜਿਹੜਾ ਆਪਾਂ ਲੋਕਤੰਤਰ ਦਾ ਜਿਹੜਾ ਚੌਥਾ ਥੰਮ ਹੈ ਨਾ, ਉਹ ਵੀ ਇਹਨਾਂ ਨੇ ਆਪਣੇ ਵਿੱਚ ਹੀ, ਆਪਣੇ ਰੰਗ ਦੇ ਵਿੱਚ ਹੀ ਇਸ ਟਾਈਮ ਰੰਗਿਆ ਹੋਇਆ। ਜਿਸ ਕਰਕੇ ਲੋਕਾਂ ਦੀ ਮਾਨਸਿਕਤਾ ਦੀ ਜਿਹੜੀ ਫੀਡ ਹੈ ਜਾਂ ਉਹਨਾਂ ਦੀ ਖੁਰਾਕ ਹੈ, ਉਹ ਉਹੀ ਉਹਨਾਂ ਨੂੰ ਸਰਵ ਕੀਤੀ ਜਾਂਦੀ ਹੈ, ਤੇ ਉਹਨਾਂ ਨੂੰ ਪਹਿਲਾਂ ਰਜਾ ਦਿੱਤਾ ਜਾਂਦਾ ਹੈ, ਤੇ ਉਸ ਤੋਂ ਬਾਅਦ ਜਦੋਂ ਪਾਵਰ ਹਾਸਲ ਕਰ ਲਿੱਤੀ ਜਾਂਦੀ ਹੈ, ਤੇ ਫਿਰ ਉਹਨਾਂ ਨੂੰ ਜਦੋਂ ਭੁੱਖਾ ਮਾਰਿਆ ਜਾਂਦਾ ਜਾਂ ਉਹਨਾਂ ਦੇ ਮੁੱਦੇ ਹੱਲ ਨਹੀਂ ਕੀਤੇ ਜਾਂਦੇ, ਜਾਂ ਸਰਕਾਰ ਜੈਸੇ ਕੋ ਦੀ ਉੱਥੇ ਖੜੀ ਰਹਿੰਦੀ ਹੈ, ਫਿਰ ਲੋਕਾਂ ਨੂੰ ਅਹਿਸਾਸ ਹੁੰਦਾ ਵੀ ਅਸੀਂ ਸ਼ਾਇਦ ਬਹੁਤ ਵੱਡੀ ਹੈ ਜਿਹੜੀ ਉਹ ਗਲਤੀ ਕਰ ਗਏ ਸੀ। ਤਾਂ ਇਹ ਚੀਜ਼ਾਂ ਨੂੰ ਸਾਨੂੰ ਦੋਸਤੋ ਬੜਾ ਟਿਪਸ ਤੇ ਰੱਖਣ ਦੀ ਲੋੜ ਹੈ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਸਿਆਸਤ ਹੈ ਉਹ ਇੱਕ ਕੰਪਨੀ ਹੈ, ਜਾਂ ਲਾ ਲਓ ਉਹਨਾਂ ਦਾ ਮੇਨ ਫੋਕਸ ਇੱਕ ਵਪਾਰ ਦਾ, ਪੈਸਾ ਕਮਾਉਣ ਦਾ, ਤਾਂ ਕਿ ਪਾਵਰ ਹਾਸਲ ਕਰਕੇ ਆਮ ਲੋਕਾਂ ਦੇ ਉੱਤੇ ਰਾਜ ਕਰਨ ਦਾ। ਤੇ ਦੋਸਤੋ ਇਹ ਚੀਜ਼ ਤੁਸੀਂ ਸਾਰੀ ਚੀਜ਼ ਨੂੰ ਵੋਟ ਪਾਉਣ ਲੱਗੇ ਇਸ ਸਿਨੈਰੀਓ ਨੂੰ ਜ਼ਰੂਰ ਆਪਣੇ ਮਨ ਦੇ ਵਿੱਚ ਆਪਣੇ ਡਿਸਕਸ ਕਰਿਆ ਕਰੋ, ਤੇ ਆਪਣੇ ਸਮਾਜ ਦੇ ਵਿੱਚ, ਆਪਣੇ ਖੁੰਡਾਂ ਦੇ ਵਿੱਚ ਇਸ ਚਰਚਾ ਨੂੰ ਲੈ ਕੇ ਆਇਆ ਕਰੋ। ਜਿਵੇਂ ਫੋਰ ਐਗਜ਼ਾਮਪਲ ਆਪਾਂ ਹੁਣ ਗੱਲ ਕਰਦੇ ਹਾਂ ਵੀ ਇਸਦੀ ਹੋਪ ਤੇ ਉਮੀਦ ਕੀ ਹੈ, ਵੀ ਅਸੀਂ ਇਸ ਸਿਆਸਤ ਦੇ ਪੱਧਰ ਦੇ ਗਿਰਾਵਟ ਨੂੰ ਜੇ ਚੇਂਜ ਕਰਨਾ ਤਾਂ ਲੋਕਾਂ ਨੇ ਕਰਨਾ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕਿਰਦਾਰਾਂ ਦੀ
ਕੰਮਾਂ ਦੀ ਗਿਰਾਵਟ ਤੋਂ ਬਾਅਦ ਸ਼ਬਦਾਵਲੀ ਦੀ ਗਿਰਾਵਟ ਤੱਕ ਪਹੁੰਚ ਚੁੱਕੇ ਹਾਂ। ਕੋਈ ਵਿਧਾਨ ਸਭਾ ਨਹੀਂ, ਕੋਈ ਲੋਕ ਸਭਾ ਨਹੀਂ ਜਿੱਥੇ ਗਾਲੀ ਗਲੋਚ ਨਹੀਂ ਹੁੰਦਾ, ਇੱਕ ਦੂਏ ਨਾਲ ਬੇਤੁਕੀ ਬਹਿਸ ਨਹੀਂ ਹੁੰਦੀ। ਉੱਥੇ ਇੱਕ ਡਿਸਿਪਲਿਨ ਦੇ ਤਰੀਕੇ ਕੋਈ ਵੀ ਸੱਤਾਧਾਰੀ ਧਿਰ ਨੂੰ ਆਪੋਜੀਸ਼ਨ ਵੱਲੋਂ ਸਵਾਲ ਜਵਾਬ ਨਹੀਂ ਹੁੰਦੇ। ਉਹ ਸਿਰਫ ਇੱਕ ਬਸ ਫਾਰਮੈਲਿਟੀ ਜਿਹੜੀ ਲੋਕਾਂ ਨੂੰ ਦਿਖਾ ਦਿੱਤੀ ਜਾਂਦੀ ਹੈ, ਤਾਂ ਉਸਦੇ ਉੱਤੇ ਕੋਈ ਵੀ ਜਿਹੜਾ ਇੱਕ ਹੈ ਵੀ ਸਟ੍ਰਿਕਟ ਐਕਸ਼ਨ ਹੈ ਜਿਹੜਾ ਉਹ ਕਿਸੇ ਵੀ ਪਾਰਟੀ ਵੱਲੋਂ ਨਹੀਂ ਲਿਆ ਜਾਂਦਾ, ਕਿਉਂਕਿ ਇਹਨਾਂ ਨੂੰ ਪਤਾ ਹੈ ਘਿਓ ਖਿਚੜੀ ਆ, ਦੌ ਲਾਉਣਾ ਹੁੰਦਾ, ਕਿਉਂਕਿ 5 ਸਾਲ ਬਾਅਦ ਟਾਈਮ ਆਉਂਦਾ। ਮੌਜੂਦਾ ਧਿਰ ਦੇ ਸਾਰੇ ਨਾ ਕੀਤੇ ਕੰਮ ਤੇ ਉਹਨਾਂ ਵੱਲੋਂ ਕੀਤੇ ਗਲਤ ਕੰਮਾਂ ਨੂੰ ਆਪੋਜੀਸ਼ਨ ਨੇ ਜਿਹੜਾ ਉੱਪਰ ਚੱਕਣਾ ਹੁੰਦਾ ਤੇ ਲੋਕਾਂ ਸਾਹਮਣੇ ਹਾਈਲਾਈਟ ਕਰਨਾ ਹੁੰਦਾ। ਹਾਂ, ਜੇ ਲੋਕ ਉਹਨਾਂ ਦੀ ਗੱਲਾਂ ਵਿੱਚ ਆ ਗਏ ਤਾਂ ਉਹ ਪਾਵਰ ਦੇ ਵਿੱਚ ਆ ਜਾਣਗੇ, ਤਾਂ ਇਹ ਅੱਗੇ 5 ਸਾਲ ਰਾਜ ਕਰਨਗੇ, ਕਿਉਂਕਿ ਜਿਹੜਾ ਬੈਕਗਰਾਉਂਡ ਹੈ ਸਿਸਟਮੈਟਿਕਲੀ ਉਹ ਕਿਤੇ ਨਾ ਕਿਤੇ ਜੁੜਿਆ ਹੋਇਆ। ਇਹ ਇੱਕ ਕਲਾਸ ਬਣ ਚੁੱਕੀ ਹੈ, ਸਿਆਸੀ ਕਲਾਸ। ਇਹਦੇ ਵਿੱਚ ਵੱਡੇ ਚਿਹਰੇ, ਵੱਡੇ ਲੀਡਰ ਤੇ ਵੱਡੇ ਪਰਿਵਾਰ ਨੇ ਜਿਹੜੇ ਉਸੇ ਤਰੀਕੇ ਖੇਡਦੇ ਨੇ। ਤਾਂ ਹੁਣ ਪੰਜਾਬ ਦੇ ਵਿੱਚ ਇੱਕ ਆਸ ਦੀ ਉਮੀਦ ਪੰਜਾਬ ਨੇ ਪੂਰੇ ਦੇਸ਼ ਨੂੰ ਹੀ ਦਿਖਾਈ ਸੀ। ਛੋਟੀ ਜਿਹੀ ਗੱਲ ਫੇਰ ਲੈ ਕੇ ਅੱਗੇ ਵਧਦੇ ਆ। ਕਿਸਾਨੀ ਅੰਦੋਲਨ ਕੀਤਾ ਆਪਾਂ ਨੇ ਤੇ ਜਿਹਦੇ ਇੱਕ ਫੈਡਰਲਿਜ਼ਮ ਦੇ ਸਟਰਕਚਰ ਨੂੰ ਵੀ ਉਭਾਰਿਆ ਉਸ ਟਾਈਮ ਦੇ ਵਿੱਚ, ਤੇ ਉੱਥੇ ਕਾਰਪੋਰੇਟ ਸਿਸਟਮ ਨੂੰ ਵੀ ਚੈਲੰਜ ਕੀਤਾ ਉਹਨਾਂ ਨੇ। ਤੁਸੀਂ ਇਹ ਹਿਸਾਬ ਲਾ ਲਓ ਵੀ ਉਹ ਕੋਈ ਛੋਟੀ ਗੱਲ ਨਹੀਂ ਸੀ। 1.5 ਸਾਲ ਦੇ ਸ਼ਾਂਤਮਈ ਸੰਘਰਸ਼ ਨੇ ਪੂਰੇ ਦੇਸ਼ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਮੋਦੀ ਸਰਕਾਰ ਨੇ, ਤੁਸੀਂ ਉਹਨਾਂ ਦਾ ਢੀਠਪੁਣਾ ਦੇਖਿਓ, ਉਹਨਾਂ ਨੇ ਮਜਬੂਰ ਹੋ ਕੇ ਐਂਡ 'ਚ ਕਾਨੂੰਨ ਤਾਂ ਜਿਹੜੇ ਵਾਪਸ ਲੈ ਲਏ, ਪਰ ਉਹਨਾਂ ਨੇ ਇੱਕ ਵਾਰ ਵੀ ਕਿਸਾਨ ਲੀਡਰਾਂ ਨਾਲ, ਇੱਕ ਸਿਸਟਮ ਦੇ ਨਾਲ ਗੱਲ ਕਰਨ ਦੀ ਹੈ ਜਿਹੜੀ ਉਹ ਕੋਸ਼ਿਸ਼ ਨਹੀਂ ਕੀਤੀ ਗਈ। ਤੇ ਉਸ ਤੋਂ ਬਾਅਦ ਜਦੋਂ ਉਹ ਮਜਬੂਰ ਹੋ ਗਏ ਸੀ, ਉਸ ਸਿਸਟਮ ਦਾ ਜਲੂਸ ਕੱਢਿਆ ਗਿਆ, ਉਸਨੂੰ ਡਿਸਟਰੋਏ ਕੀਤਾ ਗਿਆ। ਸਾਰੀ ਸੰਘਰਸ਼ ਕਮੇਟੀ, ਸੰਯੁਕਤ ਕਿਸਾਨ ਮੋਰਚਾ ਸਾਰਾ ਸਾਈਡ ਤੇ ਲਾਤਾ। ਠੀਕ ਹੈ, ਲੀਡਰਸ਼ਿਪ ਖਤਮ ਕੀਤੀ ਉਹਨਾਂ ਨੇ। ਇੱਕ ਏਜੰਡਾ ਸੀ, ਸਾਨੂੰ ਸਮਝਣ ਦੀ ਲੋੜ ਸੀ ਉਸ ਸਮੇਂ। ਤੇ ਦੂਜੇ ਪਾਸੇ ਲੋਕਾਂ ਦੇ ਵਿੱਚ ਇੱਕ ਚਿੰਗ ਸੀ, ਲੋਕਾਂ ਦੇ ਵਿੱਚ ਇੱਕ ਜੋਸ਼ ਤੇ ਜਨੂੰਨ ਸੀਗਾ ਵੀ ਮੌਜੂਦਾ ਸਿਆਸਤ ਨੂੰ ਤੇ ਸਿਆਸਤਦਾਨਾਂ ਨੂੰ ਅਸੀਂ ਚੈਲੰਜ ਕਰਨਾ ਹੈ, ਵੀ ਤੁਸੀਂ ਮੁੱਦਿਆਂ ਤੇ ਕੇਂਦਰਿਤ ਹੋਵੋ ਤੇ ਸਾਡੇ ਸਵਾਲਾਂ ਦੇ ਜਵਾਬ ਦੇਵੋ। ਯਾਨੀ ਕਿ ਲੋਕਾਂ ਨੇ ਇੱਕ ਤਰੀਕੇ ਜੇ ਮੈਂ ਸਪਸ਼ਟ ਕਹਿ ਸਕਾਂ ਤਾਂ ਲੋਕਾਂ ਨੇ ਮਜਬੂਰ ਕੀਤਾ ਲੀਡਰਾਂ ਨੂੰ ਵੀ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿਓ। ਤਾਂ ਉਹਦਾ ਰਿਜ਼ਲਟ ਕੀ ਨਿਕਲਿਆ? ਇੱਕ ਰਵਾਇਤੀ ਸਿਆਸਤ ਦਾ ਤੁਸੀਂ ਇਹ ਲਾ ਲਓ ਖਾਤਮਾ ਕੀਤਾ ਪੰਜਾਬ ਨੇ। ਤਾਂ ਇੱਕ ਆਮ ਘਰਾਂ ਦੇ, ਆਮ ਸਿਸਟਮ ਦੇ ਵਿੱਚੋਂ ਆਮ ਲੋਕ ਉੱਠੇ, ਤਾਂ ਉਹਨਾਂ ਦੀ ਸਰਕਾਰ ਬਣੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਆਪਾਂ ਇਸ ਚੀਜ਼ ਨਾਲ ਸਹਿਮਤ ਹਾਂ। ਪਰ ਸਾਨੂੰ ਜਦੋਂ ਲੀਡਰ ਦੀ ਚੋਣ ਕਰਨੀ ਹੁੰਦੀ ਹੈ, ਸਾਨੂੰ ਉਸ ਲੀਡਰ ਦਾ ਜਨੂੰਨ, ਜਜ਼ਬਾਤ ਤੇ ਉਸ ਲੀਡਰ ਦਾ ਸਮਾਜ ਪ੍ਰਤੀ ਕੀ ਮਾਨਸਿਕ ਸੋਚ ਹੈ, ਕੀ ਵਿਚਾਰ ਨੇ, ਇਹ ਜ਼ਰੂਰ ਦੇਖਣੇ ਹੁੰਦੇ ਨੇ। ਤਾਂ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ, ਪੰਜਾਬ ਨੇ ਬਦਲ ਤਾਂ ਲਿਆਂਦਾ, ਅਸੀਂ ਦੇਸ਼ ਨੂੰ ਇੱਕ ਚਿਣਗ ਦਿਖਾ ਕੇ ਇੱਕ ਸੋਚ ਜ਼ਰੂਰ ਦਿੱਤੀ, ਪਰ ਅਸੀਂ ਸ਼ਾਇਦ ਉੱਥੇ ਹੀ ਮਾਰ ਖਾ ਗਏ। ਜਿਹੜੀ ਸਾਡੀ ਚੋਣ ਸੀਗੀ ਉਹ ਗਲਤ ਸੀ। ਸਾਡੇ ਜਿਹੜੇ ਲੀਡਰ ਸੀਗੇ ਉਹ, ਜਾਣੀ ਕਿ ਮੈਂ ਉਹਨਾਂ ਨੂੰ ਕੋਈ ਬਹੁਤਾ ਹੋਰ ਸ਼ਬਦ ਨਹੀਂ ਵਰਤਣਾ ਚਾਹੁੰਦਾ, ਪਰ ਉਹਨਾਂ ਨੂੰ ਮੈਂ ਇੱਕ ਡੰਮੀ ਲੀਡਰ ਜ਼ਰੂਰ ਕਹਿ ਸਕੂੰਗਾ, ਜਿਨ੍ਹਾਂ ਦੀ ਕੋਈ ਆਪਣੀ ਵਿਚਾਰਧਾਰਾ ਨਹੀਂ, ਆਪਣਾ ਉਹਨਾਂ ਵਿੱਚ ਜੋਸ਼, ਜਨੂੰਨ, ਜਜ਼ਬਾ ਨਹੀਂ। ਬਸ ਉਹਨਾਂ ਨੇ ਇੱਕ ਪਾਰਟੀ ਦੇ ਹੁਕਮਾਂ ਦੇ ਆਧਾਰਿਤ ਤੇ ਉੱਥੇ ਹੀ ਕੇਂਦਰੀ ਹੋ ਕੇ ਚੋਣ ਵੀ ਉਦੋਂ ਹੀ ਕਰਨੀ ਹੈ ਤੇ ਚਾਂ ਵੀ ਉਦੋਂ ਹੀ ਕਰਨੀ ਹੈ। ਉਹਨਾਂ ਦਾ ਕੋਈ ਆਪਣਾ ਨਿੱਜੀ ਕੋਈ ਵੀ, ਜਾਣੀ ਕਿ ਤੁਸੀਂ ਇਹ ਲਾ ਲਓ ਵੀ ਸੋਚ ਨਹੀਂ ਉਹਨਾਂ ਦੀ ਸਮਾਜ ਪ੍ਰਤੀ, ਯਾਨੀ ਕਿ ਉਹਨਾਂ ਦੇ ਅੰਦਰ ਕੋਈ ਚਿਣਗ ਨਹੀਂ ਵੀ ਸਮਾਜ ਦੇ ਲਈ ਕੀ ਕਰਨਾ। ਤਾਂ ਇੱਥੋਂ ਅਸੀਂ ਇਸ ਵਾਰ ਜ਼ਰੂਰ ਮਾਰ ਖਾ ਗਏ ਹਾਂ, ਕਿਉਂਕਿ ਜਿਹੜਾ ਲੀਡਰ ਹੁੰਦਾ ਹੈ ਉਹ ਸਮਾਜ ਨੂੰ ਸਮਰਪਿਤ ਹੋਣਾ ਚਾਹੀਦਾ ਹੁੰਦਾ ਹੈ, ਜਦ ਕਿ ਖਾਸ ਕਰਕੇ ਜਿਹੜਾ ਇੱਕ ਸਿਆਸੀ ਲੀਡਰ ਹੁੰਦਾ ਉਹਨੂੰ। ਤਾਂ ਇਹਦੇ ਵਿੱਚ ਬੜੇ ਲੀਡਰ ਨੇ, ਐਗਜ਼ਾਮਪਲਾਂ ਵੀ ਨੇ ਤੇ ਬੜੀਆਂ ਨੇ, ਤੇ ਹੁਣ ਦੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਸੈੱਟ ਕਰ ਸਕਦੇ ਨੇ, ਕਿਉਂਕਿ ਮੈਂ ਸਾਰਿਆਂ ਨੂੰ ਪੂਰੇ 100% ਨੂੰ ਨਹੀਂ, ਪਰ ਮੈਂ 95-99% ਲੀਡਰਾਂ ਨੂੰ ਇੱਕ ਉਸੇ ਕਲਾਸ ਵਿੱਚ ਗਿਣਦਾ ਵੀ ਇਹ ਆਪਸ ਦੇ ਵਿੱਚ ਘਿਓ ਖਿਚੜੀ ਨੇ, ਤੇ ਬਸ ਇਹ ਲੋਕਾਂ ਨੂੰ ਮੂਰਖ ਬਣਾ ਕੇ ਆਪਣੇ ਵਪਾਰ ਚਲਾਉਂਦੇ ਨੇ, ਪਾਵਰ ਦੇ ਵਿੱਚ ਰਹਿੰਦੇ ਨੇ, VIP ਲਾਈਫ ਜਿਉਂਦੇ ਨੇ ਤੇ ਨਜ਼ਾਰੇ ਲੈਂਦੇ ਨੇ ਦੋਸਤੋ। ਤਾਂ ਇਸ ਚੀਜ਼ ਨੂੰ ਸਾਨੂੰ ਸਮਝਣ ਦੀ ਬੜੀ ਲੋੜ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਾਰ ਵੀ ਜਦੋਂ ਹੁਣ ਫੇਰ ਇਲੈਕਸ਼ਨ ਹੋਣਗੇ, ਤਾਂ ਸਮਾਜ ਦੇ ਵਿੱਚ ਚੱਲਦਾ ਹੀ ਰਹਿਣਾ ਹੈ। ਚਰਚਾ ਕਰਨ ਵਾਲਿਆਂ ਨੇ ਚਰਚਾ ਕਰਦੇ ਰਹਿਣਾ ਹੈ, ਚਿੰਤਕਾਂ ਨੇ ਚਿੰਤਾ ਜਤਾਉਂਦੇ ਰਹਿਣਾ ਹੈ, ਤੇ ਆਮ ਲੋਕਾਂ ਦੇ ਨਾਲ ਇਸ ਵਿਚਾਰਾਂ ਦੇ ਉੱਤੇ, ਇਸ ਗੱਲਾਂ ਦੇ ਉੱਤੇ ਜਿਹੜੀ ਗੱਲਬਾਤ ਉਹ ਕਰਦੇ ਰਹਿਣਾ ਹੈ। ਕਿਉਂਕਿ ਹਰੇਕ ਬੰਦੇ ਦਾ ਆਪਣਾ ਕਰਮ ਹੁੰਦਾ ਹੈ। ਜਿਹੜਾ ਮੀਡੀਆ ਲੋਕਤੰਤਰ ਦਾ, ਜਿਹਨੂੰ ਚੌਥਾ ਥੰਮ ਕਿਹਾ ਜਾਂਦਾ, ਹੁਣ ਇਹ ਪੂਰੀ ਤਰੀਕੇ ਇਸ ਕਾਰਪੋਰੇਟ ਸਿਸਟਮ ਦੇ ਸਿਆਸਤ ਦੀ ਝੋਲੀ ਦੇ ਵਿੱਚ ਗਿਰਿਆ ਹੋਇਆ। ਜੋ ਤੁਹਾਨੂੰ ਦਿਖਾਇਆ ਜਾਂਦਾ ਉਹ ਤੁਹਾਨੂੰ ਦਿਖਾਉਣਾ ਚਾਹੁੰਦੇ ਨੇ, ਜਿਵੇਂ ਤੁਹਾਨੂੰ ਮੋਲਡ ਕਰਨਾ ਉਹ ਤੁਹਾਨੂੰ ਕਰਨਾ ਚਾਹੁੰਦੇ ਨੇ। ਪਰ ਕੁਝ ਸਮਾਜ ਦੇ ਵਿੱਚ ਏਦਾਂ ਦੀਆਂ ਗੱਲਾਂ ਬਾਤਾਂ, ਜਿਹੜੀਆਂ ਵਿਚਾਰਾਂ ਉੱਠਦੀਆਂ ਨੇ, ਤਾਂ ਸਾਨੂੰ ਉਹਨਾਂ ਦੀ ਪੜਚੋਲ ਕਰਕੇ ਅੱਜ ਦੇ ਸਮੇਂ ਦੇ ਵਿੱਚ ਆਉਣ ਵਾਲੀ ਪੀੜ੍ਹੀ ਦੇ ਲਈ ਫੈਸਲੇ ਲੈਣੇ ਤੇ ਕਰਨੇ ਬੜੇ ਜ਼ਰੂਰੀ ਨੇ ਦੋਸਤੋ। ਤਾਂ ਇੱਥੇ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਸੀਗਾ, ਕਿਉਂਕਿ ਗੱਲਾਂ ਬੜੀਆਂ ਨੇ, ਤੁਸੀਂ ਸਾਰੇ ਨਿਊਜ਼ਾਂ ਦੇ ਵਿੱਚ ਸੁਣਦੇ ਹੋ। ਬਸ ਮੇਰਾ ਪੱਖ ਸੀਗਾ ਇੱਕ, ਵੀ ਇਸ ਥੌਟ ਨੂੰ ਤੁਹਾਡੇ ਤੱਕ ਜ਼ਰੂਰ ਪਹੁੰਚਦਾ ਕੀਤਾ ਜਾਵੇ, ਵੀ ਜਿਹੜੀ ਇੱਕ ਸਿਆਸੀ ਪਾਰਟੀਆਂ ਤੇ ਸਿਆਸਤਦਾਨਾਂ ਦੇ ਵਿੱਚ ਜਿਹੜੀ ਗਿਰਾਵਟ ਆਈ ਹੈ,
ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਣੇ ਲੀਡਰ ਨੇ ਉਹ ਚੁਣਨੇ ਨੇ ਜਾਂ ਲੀਡਰ ਨੇ ਜਿਹੜੇ ਖੜੇ ਕਰਨੇ ਨੇ, ਪੈਦਾ ਕਰਨੇ ਨੇ। ਜੇ ਹੁਣ ਭੀੜ ਦੇ ਵਿੱਚੋਂ ਉੱਠ ਕੇ 92 ਵਿਧਾਇਕ ਬਣ ਸਕਦੇ ਨੇ, ਤਾਂ ਕੀ ਜਿਹੜੇ ਜੋਸ਼, ਜਨੂੰਨ, ਜਜ਼ਬੇ ਦੇ ਨਾਲ ਸਮਾਜ ਦੇ ਵਿੱਚ ਵਿਚਰਦੇ ਨੇ ਜਾਂ ਲੋਕਾਂ ਦੇ ਹੱਕਾਂ ਦੇ ਵਿੱਚ, ਜਿਵੇਂ ਫੋਰ ਐਗਜ਼ਾਮਪਲ ਹੁਣ ਕੋਈ ਸੰਘਰਸ਼ ਕਮੇਟੀਆਂ ਨੇ, ਕਿਸੇ ਦੇ ਵੀ ਹੱਕ ਦੇ ਵਿੱਚ ਜਾ ਕੇ ਉਹ ਖੜ ਜਾਂਦੀਆਂ ਨੇ ਉੱਥੇ, ਤਾਂ ਉਹਨਾਂ ਦੇ ਵਿੱਚ ਲੜਨ ਦੀ ਤਾਕਤ ਹੈ। ਉਹ ਰੀਡਰ ਨੇ, ਉਹ ਲਿਸਨਰ ਨੇ, ਉਹ ਪੜ੍ਹਦੇ ਨੇ, ਉਹ ਹਾਜ਼ਰ ਜਵਾਬ ਨੇ, ਉਹਨਾਂ ਕੋਲ ਜਵਾਬ ਹੁੰਦਾ ਹੈ। ਉਹ ਲੀਡਰਾਂ ਨੂੰ ਵੀ ਉਹ ਹਰ ਇੱਕ ਚੀਜ਼ ਨੂੰ ਘੇਰ ਕੇ ਉਸ ਦੇ ਉੱਤੇ ਤਰਕ ਦੇ ਨਾਲ ਸਵਾਲ ਜਵਾਬ ਕਰ ਸਕਦੇ ਨੇ ਤੇ ਸਟੈਂਡ ਲੈ ਸਕਦੇ ਨੇ। ਤਾਂ ਏਦਾਂ ਦੇ ਲੀਡਰਾਂ ਦੀ ਚੋਣ ਹੈ ਜਿਹੜੀ ਸਾਨੂੰ ਉਹ ਕਰਨ ਦੀ ਦੋਸਤੋ ਬੜੀ ਲੋੜ ਆ ਆਉਣ ਵਾਲੇ ਸਮੇਂ ਦੇ ਵਿੱਚ। ਮੌਜੂਦਾ ਸਿਆਸਤ ਤੋਂ ਕੋਈ ਉਮੀਦ ਨਹੀਂ। ਹਾਂ, ਇੱਕ ਚੇਂਜ ਆਇਆ, ਤੁਸੀਂ ਕਰਕੇ ਦੇਖਿਆ, ਤੁਸੀਂ ਕਰ ਸਕਦੇ ਹੋ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇੰਨਾ ਕੁ ਜ਼ਰੂਰ ਕੋਸ਼ਿਸ਼ ਕਰਨੀ ਹੈ ਵੀ ਅਸੀਂ ਇੱਕ ਚੰਗੀ, ਸੁਚੱਜੀ ਤੇ ਇੱਕ ਸਾਰਥਕ ਤੇ ਇੱਕ ਸਟੈਂਡ ਵਾਲੀ, ਵਿਚਾਰਧਾਰਕ ਸੋਚ ਵਾਲੀ ਸਿਆਸਤ ਜ਼ਰੂਰ ਸਿਰਜੀਏ। ਇਹ ਲੋਕਾਂ ਦੇ ਹੱਥ ਦੇ ਵਿੱਚ ਹੀ ਹੁੰਦੀ ਹੈ, ਨਾ ਕਿ ਅਸੀਂ ਕਿਸੇ ਲਾਲਚ ਦੇ ਵਿੱਚ ਆ ਕੇ, ਪੈਸਿਆਂ ਦੇ ਜਾਂ ਫ੍ਰੀਬੀਜ਼ ਦੇ ਵਿੱਚ ਆ ਕੇ ਜਾਂ ਸਹੂਲਤਾਂ ਦੇ ਵਿੱਚ ਆ ਕੇ ਜਾਂ ਇੱਕ ਫੇਸ ਵੈਲਿਊ ਦੇ ਮਗਰ ਲੱਗ ਕੇ ਹੀ ਆਪਣੀ ਜਿਹੜੀ ਵੋਟ ਹੈ ਉਹ ਜਾ ਕੇ ਕਿਸੇ ਵੀ ਪਾਰਟੀ ਨੂੰ ਜਾਂ ਕਿਸੇ ਵੀ ਲੀਡਰ ਦੇ ਹੱਕ ਦੇ ਵਿੱਚ ਨਹੀਂ ਪਾਉਣੀ ਹੁੰਦੀ। ਤਾਂ ਇਸ ਚੀਜ਼ ਨੂੰ ਜ਼ਰੂਰ ਦੋਸਤੋ, ਜੋ ਖਾਸ ਕਰ ਜਿਹੜੇ ਪੰਜਾਬ ਦੇ, ਸਾਨੂੰ ਅਸੀਂ ਉਸੇ ਸਮਾਜ ਦੇ ਜਾਏ ਹਾਂ। ਜੇ ਸਾਡਾ ਅੱਜ ਫਲ ਇੱਥੇ ਲੱਗ ਰਿਹਾ ਤਾਂ ਸਾਡੀਆਂ ਜੜ੍ਹਾਂ ਅੱਜ ਵੀ ਉੱਥੇ ਨੇ, ਸਾਡੇ ਪਿੰਡ, ਸਾਡੇ ਪਰਿਵਾਰ, ਸਾਡੇ ਗਲੀ ਮੁਹੱਲੇ ਉੱਥੇ ਨੇ। ਤਾਂ ਉਹਨਾਂ ਦੇ ਲਈ ਫਿਕਰਮੰਦ ਹਾਂ ਤੇ ਉਹਨਾਂ ਦੇ ਨਾਲ ਹੀ ਇਹ ਸਾਰੀ ਅੱਜ ਦੀ ਟਾਕ ਸੀਗੀ। ਤਾਂ ਉਮੀਦ ਕਰਦਾ ਦੋਸਤੋ ਅੱਜ ਦੀ ਟਾਕ ਤੁਹਾਨੂੰ ਠੀਕ ਲੱਗੀ ਹੋਊਗੀ। ਜ਼ਰੂਰ ਆਪਣੇ ਖੁੰਡਾਂ ਦੇ ਵਿੱਚ ਆਪਣੇ ਇਸ ਚੀਜ਼ ਦੀ ਚਰਚਾ ਕਰਿਓ ਤੇ ਆਪਣੀ ਗਲੀ ਮੁਹੱਲੇ ਦੇ ਵਿੱਚ, ਸਮਾਜ ਦੇ ਵਿੱਚ ਇਸ ਚੀਜ਼ ਨੂੰ ਜ਼ਰੂਰ ਵਾਚੀਏ, ਸੋਚੀਏ, ਤਾਂ ਕਿ ਇਹ ਚਰਚਾ ਹੋਰ ਉੱਭਰ ਕੇ ਸਾਹਮਣੇ ਆਵੇ, ਤਾਂ ਅਸੀਂ ਇੱਕ ਚੰਗੇ ਲੀਡਰ ਤੇ ਚੰਗੇ ਸਿਆਸਤਦਾਨ ਜਾਂ ਇੱਕ ਚੰਗੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਖੜੀਆਂ ਕਰ ਸਕੀਏ। ਸਤਿ ਸ੍ਰੀ ਅਕਾਲ ਦੋਸਤੋ।